ਪ੍ਰਾਈਮ ਏਸ਼ੀਆ ਟੀਵੀ ਦਾ ਖਾਸ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਗਿਆ। ਮੈਂ ਹਾਂ ਨਵਜੀਤ। ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰਾਂਗੇ। ਸਭ ਤੋਂ ਅਹਿਮ ਖਬਰ ਅੱਜ ਫਲਾਈਟਾਂ ਨੂੰ ਲੈ ਕੇ, ਕਿਉਂਕਿ 2 ਸਾਲ ਬਾਅਦ ਅੰਤਰਰਾਸ਼ਟਰੀ ਫਲਾਈਟਾਂ ਭਾਰਤ ਨੇ ਖੋਲ੍ਹ ਦਿੱਤੀਆਂ ਨੇ। ਦੂਸਰੇ ਪਾਸੇ ਕੱਲ੍ਹ ਵੋਟਾਂ ਦੀ ਗਿਣਤੀ ਵੀ ਹੈ ਤੇ ਦਿਲ ਕਈਆਂ ਦਾ ਘਾਊ ਮਾਊ ਕਰਦਾ ਹੈ। ਦੂਸਰੇ ਪਾਸੇ ਸਿਸਮਾਂ ਵਾਲੇ ਮਹਿਲ ਵਿੱਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ। ਹੋਰ ਵੀ ਬਹੁਤ ਸਾਰੀਆਂ ਖਬਰਾਂ, ਪਰ ਸਭ ਤੋਂ ਪਹਿਲਾਂ ਪੰਨੂ ਸਾਹਿਬ ਦਾ ਸਵਾਗਤ ਕਰਦੇ ਹਾਂ, ਫਿਰ ਇੱਕ ਇੱਕ ਕਰਕੇ ਕਰਾਂਗੇ ਚਰਚਾ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ। ਜੀ ਸ਼ੁਕਰੀਆ। ਪੰਨੂ ਸਾਹਿਬ 2 ਸਾਲ ਬਾਅਦ ਅੰਤਰਰਾਸ਼ਟਰੀ ਫਲਾਈਟਾਂ ਖੋਲ੍ਹ ਦਿੱਤੀਆਂ ਗਈਆਂ, ਕਿਵੇਂ ਦੇਖਦੇ ਹਾਂ? ਕਿਉਂਕਿ ਲੰਬਾ ਸਮਾਂ ਲੋਕ ਕਈ ਆ ਕੇ ਫਸ ਗਏ ਸੀਗੇ, ਕਈ ਬੱਚੇ ਸੀ, ਪੜ੍ਹਾਈ ਖਰਾਬ ਹੋ ਗਈ ਹੈ। ਮੈਨੂੰ ਉਹ ਦਿਨ ਯਾਦ ਹੈ ਜਦੋਂ ਕਰੋਨਾ ਵਾਇਰਸ ਚੀਨ 'ਚੋਂ ਸ਼ੁਰੂ ਹੋਇਆ ਤੇ ਅਸੀਂ ਥੋੜ੍ਹੀ ਬਹੁਤ ਚਰਚਾ ਸ਼ੁਰੂ ਕੀਤੀ ਜੀ। ਪ੍ਰਾਈਮ ਏਸ਼ੀਆ 'ਚ ਅਜੇ ਅਸੀਂ ਚਰਚਾ ਨਹੀਂ ਸੀ ਸ਼ੁਰੂ ਕੀਤੀ, ਪਰ ਆਪਸੀ ਗੱਲਬਾਤ 'ਚ ਸ਼ੁਰੂ ਕੀਤੀ ਸੀ ਕਿ ਪਹਿਲਾਂ ਸਾਰਸ ਵਰਗੀਆਂ ਕੁਝ ਬਿਮਾਰੀਆਂ ਉੱਠੀਆਂ ਸਨ, ਇਹ ਉਹਨਾਂ ਨਾਲ ਮਿਲਦੀ ਜੁਲਦੀ ਬਿਮਾਰੀ ਹੈ, ਵੱਧ ਨਾ ਜਾਵੇ। ਕੋਵਿਡ ਇਸ ਕਰਕੇ ਕਹਿੰਦੇ ਸੀ ਕਿ ਕੋ ਤੋਂ ਕੋਰੋਨਾ ਤੇ ਵੀ ਤੋਂ ਵਾਇਰਸ ਤੇ ਡੀ ਤੋਂ ਡਿਜ਼ੀਜ਼। ਕੋਵਿਡ-19 ਯਾਨੀ 2019 ਦੇ ਵਿੱਚ ਕਰੋਨਾ ਵਾਇਰਸ ਡਿਜ਼ੀਜ਼ ਉੱਠੀ ਸੀ। ਉਹ ਚੀਨ ਵਿੱਚ ਥੋੜ੍ਹੀ ਥੋੜ੍ਹੀ ਉੱਠੀ ਤੇ ਫਿਰ 2-3 ਮਹੀਨਿਆਂ 'ਚ ਇੰਨੀ ਤੇਜ਼ੀ ਨਾਲ ਜਦੋਂ ਭਾਰਤ ਨੂੰ ਉਹਦੇ ਪ੍ਰਬੰਧ ਕਰਨੇ ਚਾਹੀਦੇ ਸੀ, ਉਦੋਂ ਭਾਰਤ ਦੀ ਸਰਕਾਰ ਕੁਝ ਹੋਰ ਗੱਲਾਂ 'ਚ ਰੁੱਝੀ ਰਹੀ, ਲੇਟ ਹੋ ਗਿਆ ਜੀ। ਜਦੋਂ ਵੇਖਿਆ ਚੀਨ ਦੇ ਵਿੱਚ ਸ਼ਹਿਰਾਂ ਦੇ ਉੱਤੇ ਲਾਕਡਾਊਨ ਲੱਗ ਗਿਆ, ਸ਼ਹਿਰ 'ਚੋਂ ਕੋਈ ਬਾਹਰ ਨਹੀਂ ਨਿਕਲ ਸਕਦਾ, ਸ਼ਹਿਰ 'ਚ ਕੋਈ ਜਾ ਨਹੀਂ ਸਕਦਾ, ਬੱਸਾਂ ਬੰਦ, ਰੇਲਾਂ ਬੰਦ, ਹਵਾਈ ਜਹਾਜ਼ ਬੰਦ, ਸਮੁੰਦਰੀ ਜਹਾਜ਼ ਬੰਦ, ਸਭ ਕੁਝ ਬੰਦ ਹੈ। ਫਿਰ ਬਾਕੀ ਦੇਸ਼ਾਂ 'ਚ ਵੀ ਹਫੜਾ ਦਫੜੀ ਹੌਲੀ ਹੌਲੀ। ਉਸ ਹਫੜਾ ਦਫੜੀ ਦੇ ਮਾਹੌਲ ਵਿੱਚ ਮਾਰਚ ਦਾ ਤੀਜਾ ਹਫਤਾ ਮੁੱਕਣ ਤੋਂ ਪਹਿਲਾਂ 2020 'ਚ ਭਾਰਤ ਸਰਕਾਰ ਨੇ ਸਭ ਫਲਾਈਟਾਂ ਇੱਕਦਮ ਬੰਦ ਕਰਤੀਆਂ। ਸ਼ਹਿਰਾਂ ਵਿੱਚ ਕਰਫਿਊ ਲਾ ਦਿੱਤਾ ਗਿਆ, ਲੋਕਾਂ ਨੂੰ ਕਹਿ ਦਿੱਤਾ ਘਰਾਂ 'ਚ ਰਹੋ। ਇਹਦੇ ਬਾਅਦ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ। ਜਿਨ੍ਹਾਂ ਨੇ ਹਦਾਇਤਾਂ ਦਿੱਤੀਆਂ ਕਿ ਇਹਨਾਂ ਹਦਾਇਤਾਂ ਦੀ ਪਾਲਣਾ ਕਰੋ, ਉਹੀ ਹਦਾਇਤਾਂ ਲੰਘਦੇ ਵੀ ਵੇਖੇ ਗਏ। ਆਮ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਇਹ ਕੀ ਹੋ ਗਿਆ। ਉਹ ਘਬਰਾਹਟ ਵੀ ਜਿਹੜਾ ਬਾਜ਼ਾਰਾਂ 'ਚ ਆਇਆ। ਸਾਡੀ ਪੰਜਾਬ ਪੁਲਿਸ ਨੇ ਪੁਲਸੀਆਪਣ ਕੀਤਾ, ਕਿਸੇ ਤੋਂ ਨੱਕ ਨਾਲ ਲਕੀਰਾਂ ਕਢਾਈਆਂ, ਕਿਸੇ ਤੋਂ ਕੰਨ ਫੜਾ ਕੇ ਬੈਠਕਾਂ ਕਢਾਈਆਂ, ਕਿਸੇ ਨੂੰ ਸੜਕ 'ਤੇ ਲੇਟਣੀਆਂ ਲਵਾਈਆਂ। ਇੱਕ ਕਿਸਮ ਦੀ ਪੁਲਿਸ ਡਿਊਟੀ ਦੇ ਬਜਾਏ ਬੁਰਸ਼ਾਗਰਦੀ ਕਰਨ ਤੱਕ ਚਲੇ ਗਏ ਜੀ, ਜਿਹਦੀ ਬਹੁਤ ਨੁਕਤਾਚੀਨੀ ਹੋਈ, ਪਰ ਬਿਮਾਰੀ ਵੱਧ ਗਈ। ਹੌਲੀ ਹੌਲੀ ਲੋਕਾਂ ਨੂੰ ਸਮਝ ਪਈ ਕਿ ਬਿਮਾਰੀ ਤਾਂ ਬਹੁਤ ਗੰਭੀਰ ਹੈ। ਲੋਕ ਅਣਭੋਲ ਮਾਰੇ ਗਏ, ਸਰਕਾਰਾਂ ਵੀ ਅਣਭੋਲ ਫਸ ਗਈਆਂ। ਕਿਸੇ ਨੂੰ ਪਤਾ ਨਹੀਂ ਸੀ ਇੱਦਾਂ ਦੀ ਬਿਮਾਰੀ ਵੀ ਆ ਸਕਦੀ ਹੈ ਜਿਹੜੀ ਕਦੇ ਆਈ ਨਹੀਂ। ਇਹਦੇ ਨਾਲ ਫਿਰ ਫਲਾਈਟਾਂ ਜਿਹੜੀਆਂ ਚੱਲੀਆਂ ਸਨ, ਰੁਕੀਆਂ ਸਨ, ਉਹ 4 ਮਹੀਨੇ ਬਾਅਦ ਜੁਲਾਈ 'ਚ 에ਅਰ ਬਬਲ ਪ੍ਰੋਗਰਾਮ 'ਚ ਕੁਝ ਰੁਕਵੀਆਂ ਚੁਣਵੀਆਂ ਚੱਲਣੀਆਂ ਸ਼ੁਰੂ ਹੋਈਆਂ, ਜਿਨ੍ਹਾਂ ਦੇ ਵਿੱਚ ਪਹਿਲਾਂ ਇਹ ਸੀ ਕਿ PPE ਕਿੱਟਾਂ ਜਿਹੜੀਆਂ ਸੀ ਕੋਵਿਡ ਤੋਂ ਬਚਾਅ ਕਰਨ ਵਾਲੀਆਂ, ਉਹ ਪਾ ਕੇ ਪਾਇਲਟ ਜਹਾਜ਼ ਉਡਾਉਣਗੇ, ਇੱਕ ਸੀਟ ਛੱਡ ਕੇ ਬਿਠਾਇਆ ਜਾਊਗਾ। ਲੋਕਾਂ ਵਾਸਤੇ ਵੀ ਸਖਤੀ ਬਹੁਤ। ਹੌਲੀ ਹੌਲੀ ਸਖਤੀ ਘਟਾਈ, ਜਦੋਂ ਬਿਮਾਰੀ ਫਿਰ ਵਧਣ ਲੱਗੀ ਫਿਰ ਸਖਤੀ ਕਰਤੀ। ਇਸ ਵੇਲੇ ਹਾਲਾਤ ਕਾਫੀ ਹੱਦ ਤੱਕ ਕਾਬੂ 'ਚ ਜਾਪਦੇ। ਅੱਡ ਦੇਸ਼ਾਂ ਨੇ ਪਾਬੰਦੀਆਂ ਘਟਾਤੀਆਂ ਜਾਂ ਹਟਾਤੀਆਂ। ਜਿਨ੍ਹਾਂ ਨੇ ਆਖਿਆ ਸੀ ਬਾਹਰੋਂ ਕੋਈ ਨਹੀਂ ਆ ਸਕਦਾ, ਉੱਥੇ ਆਉਣ ਜਾਣ ਲੱਗ ਪਏ। ਇਹਨੂੰ ਵੇਖਦਿਆਂ ਭਾਰਤ ਸਰਕਾਰ ਨੇ ਪਹਿਲਾਂ ਫਰਵਰੀ ਦੀ ਆਖਿਆ ਸੀ 28 ਤਰੀਕ ਨੂੰ ਫੈਸਲਾ ਕਰਾਂਗੇ, ਪਰ 28 ਨੂੰ ਆਖਿਆ ਸੀ ਨਹੀਂ ਅਜੇ ਪਾਬੰਦੀਆਂ ਲਾਈ ਰੱਖੋ, ਅਜੇ ਨਹੀਂ ਖੋਲ੍ਹਣੀਆਂ। ਉਹਦੇ ਤੋਂ ਬਾਅਦ ਹੁਣ ਇਹ ਫੈਸਲਾ ਕੱਲ੍ਹ ਆ ਗਿਆ ਕਿ ਇਸ 27 ਮਾਰਚ ਤੋਂ ਬਾਅਦ ਇੰਟਰਨੈਸ਼ਨਲ ਫਲਾਈਟਸ ਚੱਲ ਪੈਣਗੀਆਂ। ਜਿਹੜੇ ਲੋਕ ਉਦੋਂ ਦੇ ਅੱਡ ਥਾਵਾਂ 'ਤੇ ਤੜੇ ਆ, ਕੋਈ ਰਿਸ਼ਤੇਦਾਰੀ ਤੱਕ ਨਹੀਂ ਜਾ ਸਕਦਾ, ਸਭ ਰੋਕਾਂ ਲੱਗੀਆਂ, ਬ੍ਰੇਕਾਂ ਲੱਗੀਆਂ ਪਈਆਂ, ਉਹਨਾਂ ਵਾਸਤੇ ਰਾਹ ਖੁੱਲ੍ਹੇਗਾ। ਮੈਂ ਸਮਝਦਾ ਇਹ ਚੰਗੀ ਗੱਲ ਹੋਈ ਹੈ, ਪਰ ਇੱਕ ਜ਼ਿੰਮੇਵਾਰੀ ਆਮ ਲੋਕਾਂ 'ਤੇ ਵੀ ਹੈ। ਲੰਮੀ ਬਿਮਾਰੀ ਤੋਂ ਉੱਠਿਆ ਮਰੀਜ਼ ਜੇ ਇੱਕਦਮ ਉਹਨੂੰ ਤੁਸੀਂ ਖਰੋੜੇ ਖਵਾਓ, ਇੱਕਦਮ ਮੋਟਾ ਮਾਲ, ਪੂੜੀਆਂ ਤੇ ਭਟੂਰੇ ਖਵਾਓ, ਉਹ ਫਿਰ ਡਿੱਗ ਪੈਂਦਾ ਹੁੰਦਾ, ਬਿਮਾਰੀ ਪੈ ਜਾਂਦੀ ਹੁੰਦੀ ਜੀ। ਹੁਣ ਜਦੋਂ ਬਿਮਾਰੀ ਖੁੱਲ੍ਹਣ ਲੱਗੇ, ਜਿੱਦਾਂ ਇੰਨੇ ਲੰਮੇ ਚਿਰ ਦੇ ਬਿਮਾਰ ਨੂੰ ਪਹਿਲਾਂ ਸੂਪ ਦੇਈਦਾ, ਫਿਰ ਹੌਲੀ ਹੌਲੀ ਦਲੀਆ, ਖਿਚੜੀ, ਬ੍ਰੈਡ ਦਿੰਦਿਆਂ ਅੱਗੇ ਤੁਰੀਦਾ, ਉਸੇ ਤਰ੍ਹਾਂ ਹੀ ਇਹ ਖੁੱਲ੍ਹ ਜੇ ਮਿਲੀ ਆ। ਇਸ ਖੁੱਲ੍ਹ ਨੂੰ ਢੰਗ ਨਾਲ ਮਾਰਨਾ ਚਾਹੀਦਾ, ਕੰਟਰੋਲ ਕਰਕੇ ਮਾਰਨਾ ਚਾਹੀਦਾ, ਤਾਂ ਕਿ ਇੱਕਦਮ ਛਿੱਕਾ ਲੱਥਾ ਤੇ ਅਸੀਂ ਕੋਈ ਪੁਆੜਾ ਨਾ ਪਾ ਬਹਿੰਦੇ ਹੋਈਏ। ਬਹੁਤ ਸੰਭਲ ਕੇ ਚੱਲਣਾ ਪਊ। ਖੁੱਲ੍ਹ ਮਿਲੀ, ਮੁਬਾਰਕ ਜੀ।
ਬਿਲਕੁਲ ਸਹੀ ਗੱਲ ਹੈ ਪਨੂ ਸਾਹਿਬ। ਦੂਸਰੇ ਪਾਸੇ ਹੁਣ ਰਾਜਨੀਤੀ ਦੀ ਗੱਲ ਕਰਦੇ ਹਾਂ, ਕਿਉਂਕਿ ਨਜ਼ਰਾਂ ਸਾਰਿਆਂ ਦੀਆਂ ਟਿਕੀਆਂ। ਦੂਸਰੇ ਪਾਸੇ ਕੁਝ ਲੀਡਰ ਇਸ ਤਰ੍ਹਾਂ ਦੇ ਆ ਜਿਹੜੇ ਕਹਿੰਦੇ ਹੋਣੇ ਆ ਜਲਦੀ ਜਲਦੀ ਸਵੇਰ ਹੋ ਜੇ, ਚੋਣ ਨਤੀਜੇ ਆ ਕੱਲ੍ਹ ਨੂੰ। ਉਸ ਤੋਂ ਪਹਿਲਾਂ ਪਨੂ ਸਾਹਿਬ ਇੱਕ ਗੱਲ ਹੋਰ ਹੈ ਕਿ ਚੋਣ ਕਮਿਸ਼ਨ ਨੇ ਕੁਝ ਪਾਬੰਦੀਆਂ ਲਗਾਈਆਂ, ਜਲਸੇ ਨਹੀਂ ਕੱਢੇ ਜਾਣਗੇ। ਇਹਨਾਂ ਦੋਹੇ ਚੀਜ਼ਾਂ ਨੂੰ ਕਿਵੇਂ ਦੇਖਦੇ ਆ ਤੇ ਕੀ ਕਹਿਣਾ ਚਾਹੋਗੇ? ਪਾਬੰਦੀਆਂ ਤੇ ਕਰੋਨਾ ਵਾਇਰਸ ਦਾ ਕਰਕੇ ਵੀ ਲਾਉਣੀਆਂ ਕਾਫੀ ਹੱਦ ਤੱਕ ਜਾਇਜ਼ ਲੱਗਦੀਆਂ ਜੀ। ਦੂਸਰਾ ਇਹ ਵੀ ਹੈ, ਸਾਡਾ ਪਿਛਲਾ ਤਜਰਬਾ ਕਿ ਜਿਹੜੇ ਜਿੱਤ ਜਾਂਦੇ ਆ ਉਹ ਚਾਂਬੜ ਜਾਂਦੇ ਜੀ। ਫਿਰ ਜਿੱਦਾਂ ਭੂਤਰਿਆ ਸੰਡਾ ਸਰਕੰਡੇ ਦੇ ਬੂਝਿਆਂ ਨੂੰ ਵੀ ਜਾ ਕੇ ਢੁੱਡਾਂ ਮਾਰਦਾ, ਖੌਰੂ ਪਾਉਂਦਾ, ਉਸ ਤਰ੍ਹਾਂ ਉਹ ਆਪ ਵੀ ਤੇ ਉਹਨਾਂ ਦੇ ਬੰਦੇ ਵੀ ਕਈ ਵਾਰੀ ਉਮੀਦਵਾਰਾਂ ਨਾਲੋਂ ਵੱਧ ਉਹਨਾਂ ਦੇ ਬੰਦੇ ਫਿਰ ਜਿਹੜੇ ਉਹ ਖੌਰੂ ਪਾਉਂਦੇ ਹੁੰਦੇ ਆ। ਬਹੁਤੀ ਵਾਰੀ ਇਹੋ ਕੁਛ ਹੁੰਦਾ ਔਰ ਕਈ ਵਾਰੀ ਇਹ ਹੈ ਕਿ ਜਿਹੜੇ ਹਾਰ ਜਾਂਦੇ ਉਹਨਾਂ ਤੋਂ ਹਾਰ ਦਾ ਗਮ ਸੰਭਾਲਿਆ ਨਹੀਂ ਜਾਂਦਾ ਤੇ ਉਹ ਗੁੱਸੇ 'ਚ ਆ ਕੇ ਕੋਈ ਨਾ ਕੋਈ ਚੰਦ ਚੜ੍ਹਾ ਦਿੰਦੇ ਹੁੰਦੇ। ਮੈਂ 1967 ਤੋਂ ਲੈ ਕੇ ਇਹਨਾਂ 55 ਸਾਲਾਂ 'ਚ ਕਾਫੀ ਸਾਰੀਆਂ ਚੋਣਾਂ ਵੇਖੀਆਂ। ਉਹਨਾਂ ਚੋਣਾਂ 'ਚ ਡਾਂਗ ਸੋਟਾ ਖੜਕਦਾ ਵੀ ਵੇਖਿਆ, ਗੋਲੀ ਚੱਲਣ ਤੇ ਬੰਦੇ ਮਰਨ ਦੀਆਂ ਖਬਰਾਂ ਆਉਂਦੀਆਂ ਵੀ ਸੁਣੀਆਂ, ਔਰ ਕਈਆਂ ਥਾਵਾਂ 'ਤੇ ਮਰਨ ਵਾਲਿਆਂ ਦੇ ਨਾਲ ਬਾਅਦ ਵਿੱਚ ਕਿਸੇ ਨਾ ਕਿਸੇ ਮੋੜ ਦੇ ਉੱਤੇ ਜਦੋਂ ਮੁਲਾਕਾਤ ਹੋਈ ਹੈ ਮਰਨ ਵਾਲਿਆਂ ਦੇ ਪਰਿਵਾਰਾਂ ਨਾਲ, ਤੇ ਉਹਨਾਂ ਨੇ ਸਾਰਿਆਂ ਨੇ ਮੰਨਿਆ ਕਿ ਸਾਡਾ ਭਾਈਚਾਰਾ ਸੀ। ਅਸੀਂ ਜਿਹੜੇ ਉਮੀਦਵਾਰਾਂ ਦੀ ਖਾਤਰ ਲੜੇ, ਇੱਕ ਧਿਰ ਨੇ ਮਾਰ ਤੇ ਦੂਸਰੀ ਧਿਰ ਦੇ ਮਾਰੇ ਗਏ। ਉਮੀਦਵਾਰ ਤਾਂ ਫਿਰ ਇਕੱਠੇ ਆ, ਇੱਕ ਦੂਸਰੇ ਦੇ ਵਿਆਹ ਸ਼ਾਦੀਆਂ ਤੇ ਖੁਸ਼ੀ ਗਮੀ ਤੇ ਵੀ ਜਾਂਦੇ ਆ। ਅਸੀਂ ਲੋਕ ਘਰਾਂ ਦੇ ਜੀ ਵੀ ਮਰਵਾ ਬੈਠੇ, ਮੁਕੱਦਮੇ ਵੀ ਭੁਗਤੇ, ਮਾਰੇ ਅਸੀਂ ਗਏ। ਇਸ ਕਰਕੇ ਮੈਂ ਆਮ ਲੋਕਾਂ ਨੂੰ ਇਸ ਮੌਕੇ 'ਤੇ ਬੇਨਤੀ ਕਰੂੰਗਾ, ਥੋੜ੍ਹਾ ਜਿਹਾ ਸੰਭਲ ਕੇ ਰਿਹੋ। ਚੋਣ ਕਮਿਸ਼ਨ ਨੇ ਠੀਕ ਕੀਤਾ, ਜੇਤੂ ਜਲੂਸਾਂ 'ਤੇ ਪਾਬੰਦੀ ਲਾ ਤੇ ਖੁਸ਼ੀਆਂ ਮਨਾਓ, ਆਪੋ ਆਪਣੇ ਕੈਂਪਾਂ 'ਚ ਜਾ ਕੇ ਮਨਾ ਲਿਓ ਜੀ। ਉਹਦੇ ਵਿੱਚ ਵੀ ਹੱਦਾਂ ਰੱਖਿਓ, ਹੱਦਾਂ ਤੋਂ ਨਾ ਟੱਪਿਓ। ਇਹਨਾਂ ਹੱਦਾਂ ਨੂੰ ਟੱਪਣ ਦਾ ਕਈ ਵਾਰੀ ਬਹੁਤ ਨੁਕਸਾਨ ਹੁੰਦਾ। ਇੱਕ ਚੀਜ਼ ਮੈਂ ਹੋਰ ਕਹਿਣੀ ਹੈ, ਮੈਨੂੰ ਅੱਜ ਹੀ ਘੱਟੋ ਘੱਟ 20 ਫੋਨ ਇਹੋ ਜਿਹੇ ਆਏ ਜਿਹੜੇ ਕਹਿੰਦੇ ਜੀ ਧੜਕੂ ਬੜਾ ਵਧਿਆ ਪਿਆ, ਧੜਕਣ ਬਹੁਤ ਆ, ਕੀ ਹੋਊ? ਮੈਂ ਕਿਹਾ ਜੇ ਤੇ ਵੋਟ ਮਸ਼ੀਨਾਂ ਮੇਰੇ ਵੱਸ ਵਿੱਚ ਹੋਣ ਤੇ ਮੈਂ ਵੇਖ ਕੇ ਤੁਹਾਨੂੰ ਰਿਜ਼ਲਟ ਦੱਸ ਦਿਆਂ। ਜਦੋਂ ਇਹ ਚੋਣ ਕਮਿਸ਼ਨ ਵੀ ਇਸ ਵੇਲੇ ਨੂੰ ਦੱਸਦਾ, ਤੁਸੀਂ ਮੇਰੇ ਤੋਂ ਕਿਉਂ ਪੁੱਛਦੇ? ਇਹ ਤੁਹਾਡਾ ਮੈਂ ਕਿਹਾ ਅੰਦਾਜ਼ਾ ਕਿਉਂ ਪੁੱਛਦੇ? ਧੜਕਣ ਬਹੁਤ ਵਧੀ ਪਈ। ਮੈਂ ਬੇਨਤੀ ਕਰੂੰਗਾ ਜਿਨ੍ਹਾਂ ਦੀ ਧੜਕਣ ਵਧੀ ਆ, ਅੱਜ ਰਾਤ ਨੂੰ ਆਪੋ ਆਪਣੀਆਂ ਧੜਕਣਾਂ ਕੰਟਰੋਲ ਕਰੋ। ਜੇ ਤੁਸੀਂ ਕੰਟਰੋਲ ਨਾ ਕੀਤੀਆਂ, ਉਮੀਦਵਾਰਾਂ ਦਾ ਕੱਖ ਨਹੀਂ ਜਾਣਾ, ਤੁਹਾਡਾ ਨੁਕਸਾਨ ਹੋ ਸਕਦਾ। ਮੈਂ ਕ੍ਰਿਕਟ ਦੇ ਮੈਚਾਂ 'ਚ ਇਹ ਕੰਮ ਹੁੰਦਾ ਵੇਖਿਆ, ਖਾਸ ਤੌਰ ਤੇ ਜਦੋਂ ਭਾਰਤ ਤੇ ਪਾਕਿਸਤਾਨ ਦਾ ਕ੍ਰਿਕਟ ਮੈਚ ਫਸਵਾਂ ਹੋਵੇ ਤੇ ਅਖੀਰ ਤੇ ਜਾ ਕੇ 1 ਜਾਂ 2 ਰਨ ਦੇ ਉੱਤੇ ਆਖਰੀ ਓਵਰ 'ਚ ਹਾਰ ਜਿੱਤ ਹੋਣੀ ਹੋਵੇ, ਉਦੋਂ ਲੋਕੀ ਇੰਨੇ ਜ਼ਿਆਦਾ ਟੈਨਸ਼ਨ 'ਚ ਹੁੰਦੇ ਆ ਕਿ ਜੇ ਆਪਣੀ ਟੀਮ ਹਾਰ ਜਾਵੇ ਨਾਲ ਹੀ ਦਿਲ ਦਾ ਦੌਰਾ ਪੈ ਜਾਂਦਾ, ਗਮ ਨਾਲ ਬੰਦੇ ਮਰਦੇ ਵੇਖੇ। ਜੇ ਆਪਣੀ ਟੀਮ ਜਿੱਤ ਜਾਵੇ, ਹੋ ਜਿੱਤ ਕੇ ਕਰਨ ਲੱਗਾ, ਨਾਲ ਹੀ ਉੱਥੇ ਡਿੱਗ ਪੈਂਦੇ, ਜੋਸ਼ ਵਿੱਚ ਵੀ ਮਰਦੇ ਵੇਖੇ ਜੀ। ਇਹ ਚੋਣਾਂ ਆਉਂਦੀਆਂ ਰਹੀਆਂ, ਆਉਂਦੀਆਂ ਰਹਿਣੀਆਂ। ਕੁਝ ਲੋਕ ਜਿੱਤਦੇ ਰਹੇ ਤੇ ਉਹਨਾਂ ਨਾਲੋਂ ਜ਼ਿਆਦਾ ਲੋਕ ਸਾਹਮਣੇ ਖਲੋਤੇ ਹਾਰਦੇ ਰਹੇ। ਇਹ ਕੰਮ ਜੇ ਪਿੱਛੇ ਹੋਇਆ ਤੇ ਗਾਂਹ ਵੀ ਹੋਣਾ। ਇਹ ਕੁੰਭ ਦਾ ਮੇਲਾ ਨਹੀਂ ਜਿਹੜਾ 12 ਸਾਲੀ ਆਉਣਾ, ਇਹ ਅਰਧ ਕੁੰਭ ਵੀ ਨਹੀਂ ਜਿਹੜਾ 6 ਸਾਲਾਂ ਬਾਅਦ ਆਉਣਾ। ਆ ਹੁਣੇ ਲੰਘੀਆਂ ਨੇ, ਥੋੜ੍ਹਾ ਚਿਰ ਠਹਿਰ ਜੋ ਮਿਊਨਿਸਪਲ ਕਾਰਪੋਰੇਸ਼ਨਾਂ ਤੇ ਮਿਊਨਿਸਪਲ ਕੌਂਸਲਾਂ ਦੀਆਂ ਚੋਣਾਂ ਫਿਰ ਆ ਜਾਣੀਆਂ, ਪੰਚਾਇਤਾਂ ਦੀਆਂ ਆ ਜਾਣੀਆਂ। ਸਾਡਾ ਲੋਕਤੰਤਰ ਹੋਰ ਕੁਝ ਕਰੇ ਨਾ ਕਰੇ, ਚੋਣਾਂ ਦੇ ਮੇਲੇ ਮਨਾਉਣ ਦਾ ਬਹੁਤ ਮਾਹਰ ਹੈ ਜੀ। ਥੋੜ੍ਹਾ ਜਿਹਾ ਆਪਣੇ ਜੋਸ਼ ਤੇ ਆਪਣੇ ਜਜ਼ਬਾਤ ਤੇ ਕਾਬੂ ਰੱਖੋ। ਜਿਹੜਾ ਮੁੜ-ਮੁੜੇ ਫੋਨ ਕਰਨੇ, ਮੇਰਾ ਤਾਂ ਜੀ ਬਹੁਤ ਧੜਕੂ ਵਧਿਆ ਪਿਆ, ਮੇਰੇ ਤਾਂ ਜੀ ਕੰਟਰੋਲ ਨਹੀਂ ਹੋ ਰਿਹਾ। ਜੇ ਗਿਣਤੀ ਹੋਣ ਤੋਂ ਇੱਕ ਦਿਨ ਪਹਿਲਾਂ ਤੁਹਾਡੇ ਤੋਂ ਕੰਟਰੋਲ ਨਹੀਂ ਹੋ ਰਿਹਾ ਤੇ ਗਿਣਤੀ ਵਾਲੇ ਦਿਨ ਜਦੋਂ ਨਤੀਜਾ ਆਉਣਾ, ਉਦੋਂ ਕੰਟਰੋਲ ਕਿੱਦਾਂ ਕਰੋਗੇ? ਤੁਹਾਡੀ ਲੋੜ ਹੈ, ਉਸ ਲੋੜ ਦਾ ਧਿਆਨ ਰੱਖ ਕੇ ਆਪਣੇ ਆਪ ਨੂੰ ਕੰਟਰੋਲ 'ਚ ਰੱਖੋ। ਲੋੜ ਤਾਂ ਪੰਨ ਸਾਹਿਬ ਹੈਗੀ ਆ, ਲੱਡੂ ਵੀ ਬੁੱਕ ਕਰਾਏ ਆ ਨਾ ਹਲਵਾਈਆਂ ਦੇ, ਕਈ ਕਹਿੰਦੇ ਪਏ ਆ। ਕਰਵਾਏ ਰਹਿਣ, ਹਲਵਾਈਆਂ ਨੂੰ ਸਾਫ਼ ਹੀ ਹੈ ਕਿ ਉਹਨਾਂ ਲੱਡੂ ਬਣਾ ਲੈਣੇ ਆ। ਜਿਹਨੇ ਕਰਵਾਏ ਜੇ ਉਹ ਹਾਰ ਗਿਆ, ਨਾ ਲੈਣ ਆਇਆ ਤੇ ਇਹਨਾਂ ਦੂਸਰੀ ਪਾਰਟੀ ਨੂੰ ਕਹਿ ਦੇਣਾ ਜੀ ਮੇਰੇ ਕੋਲ ਇੰਨੇ ਆ, ਤੁਸੀਂ ਮੇਰੇ ਤੋਂ ਆ ਕੇ ਲੈ ਆਰਡਰ ਜਾਓ। ਲੈ ਲਓ ਜੀ। ਉਹ ਉਧਰ ਚੱਲ ਜਾਣੇ ਆ, ਥੋੜ੍ਹਾ ਜਿਹਾ ਘੱਟ ਰੇਟ 'ਤੇ ਸੀ, ਉਹਨੇ ਆਪਣੇ ਪੈਸੇ ਕਮਾ ਲੈਣੇ ਆ, ਉਹ ਕੋਈ ਗੱਲ ਨਹੀਂ। ਇੱਕ ਦੇ ਇੱਦਾਂ ਹੀ
ਤਿਆਰ ਕੀਤੇ ਜਿਹੜੇ ਦੂਸਰੀ ਪਾਰਟੀ ਆ ਕੇ ਲੈ ਲੈਂਦੀ ਹੁੰਦੀ ਆ, ਹੁਣ ਵੀ ਚਲੇ ਜਾਣੇ ਆ। ਪਰ ਜਿਨ੍ਹਾਂ ਨੇ ਲੱਡੂ ਖਾਣੇ ਆ ਤੇ ਜਿਨ੍ਹਾਂ ਨੇ ਖਵਾਉਣੇ ਆ, ਜਜ਼ਬਾਤ ਤੇ ਕੰਟਰੋਲ ਰੱਖਣ ਦੀ ਉਹਨਾਂ ਨੂੰ ਲੋੜ ਹੈ। ਚਲ ਲੱਡੂਆਂ ਦੀ ਗੱਲ ਤਾਂ ਹੋ ਗਈ ਪੰਨੂ ਸਾਹਿਬ, ਉਧਰ ਸਿਸਮਾ ਵਾਲੇ ਮਹਿਲ 'ਚ ਵੀ ਕਹਿੰਦੇ ਮਹਿਫਲਾਂ ਲੱਗਣੀਆਂ ਸ਼ੁਰੂ ਹੋ ਗਈਆਂ। ਦਾਅਵੇ ਤਾਂ ਇਹ ਵੀ ਕੀਤੇ ਜਾ ਰਹੇ ਆ ਕਿ ਆਮ ਆਦਮੀ ਪਾਰਟੀ ਦੇ ਵੀ ਕੁਝ ਕੁ ਬੰਦੇ ਪਹੁੰਚੇ ਆ, ਕਿੰਨਾ ਸੱਚ ਹੈ ਕਿੰਨਾ ਝੂਠ ਤੁਸੀਂ ਦੱਸ ਦਿਓ। ਪਰ ਕੈਪਟਨ ਅਮਰਿੰਦਰ ਸਿੰਘ ਨੇ ਕਹਿੰਦੇ ਕੁਝ ਸੰਭਾਵੀ ਵਿਧਾਇਕਾਂ ਨਾਲ ਸੰਪਰਕ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਪੰਜਾਬੀ ਦਾ ਮੁਹਾਵਰਾ ਕਣਕ ਖੇਤ ਕੁੜੀ ਪੇਟ ਆ ਜਵਾਈਆ ਮੰਡੇ ਖਾ। ਜਦੋਂ ਕਣਕ ਅਜੇ ਖੇਤਾਂ 'ਚ ਖੜੀ ਹੈ, ਕੁੜੀ ਅਜੇ ਜੰਮੀ ਨਹੀਂ, ਜਵਾਈ ਕਿੱਥੋਂ ਆ ਗਿਆ? ਤੇ ਮੰਡੇ ਕਾਹਦੇ ਖਵਾਉਣੇ ਕਣਕ ਤੇ ਜੇ ਖੇਤਾਂ 'ਚ? ਰਿਜ਼ਲਟ ਭਲ ਕੇ ਆਉਣਾ। ਇਹਨਾਂ ਲੋਕਾਂ ਨੇ ਜਿਹੜੀਆਂ ਅਗੇਤੀਆਂ ਚੋਰ ਘੋੜੀਆਂ ਕਈਆਂ ਦਿਨਾਂ ਦੀਆਂ ਭਜਾਈਆਂ, ਆਪੋ 'ਚ ਇੱਕ ਦੂਸਰੇ ਦੇ ਬੰਦੇ ਤੋੜਨ ਵਾਸਤੇ। ਜਿੱਤ ਦੀ ਝਾਕ ਵਿੱਚ ਜਿੱਤੇ ਮਾੜੀ ਮੋਟੀ ਵੀ ਆਸ ਹੈ ਕਿ ਜਿੱਤ ਸਕਦਾ, ਉਹਨਾਂ ਨੂੰ ਗੰਢਣ ਵਾਸਤੇ ਸਾਰਾ ਜ਼ੋਰ ਲੱਗਾ ਪਿਆ। ਉਸ ਜ਼ੋਰ ਦੇ ਵਿੱਚੋਂ ਕੁਝ ਨਾ ਕੁਝ ਹੁੰਗਾਰਾ ਮਿਲਦਾ ਵੀ ਹੋ ਸਕਦਾ। ਪਰ ਕੈਪਟਨ ਅਮਰਿੰਦਰ ਸਿੰਘ ਦੀ ਟੀਮ ਆਪਣੀ ਹਵਾ ਬਣਨ 'ਚ ਵੀ ਮਾਹਰ ਹੈ। ਜਦੋਂ ਉਹਨਾਂ ਅਸਤੀਫਾ ਦੇ ਦਿੱਤਾ ਸੀ, ਉਹਨਾਂ ਦੇ ਨਾਲ ਉਸ ਵਕਤ 15 MLA ਪੰਜਾਬ ਦੇ ਹੈਗੇ ਸੀ। ਮੇਰਾ ਖਿਆਲ ਸੀ ਇਹ 15 ਬੰਦੇ ਕੈਪਟਨ ਅਮਰਿੰਦਰ ਸਿੰਘ ਨਾਲ ਜਾ ਸਕਦੇ। ਅਮਰਿੰਦਰ ਸਿੰਘ ਦੀ ਟੀਮ ਕਹਿੰਦੀ ਸੀ ਸਾਡੇ ਨਾਲ 25 ਆ ਜੀ। ਬਾਅਦ ਵਿੱਚ ਉਹਨਾਂ 15 ਚੋਂ ਵੀ ਇੱਕ ਨਹੀਂ ਗਿਆ, 25 ਤੇ ਕਿਤੇ ਰਹੇ। ਕੋਈ ਇੱਕ ਦੱਸ ਦਿਓ ਗਿਆ ਉਹਨਾਂ ਨੂੰ। ਕੈਪਟਨ ਅਮਰਿੰਦਰ ਸਿੰਘ ਵਨ ਮੈਨ ਆਰਮੀ ਬਣ ਗਿਆ, ਕੋਈ ਨਾ ਉਹਨਾਂ ਨਾਲ ਗਿਆ। ਜਦੋਂ ਚੋਣਾਂ ਸ਼ੁਰੂ ਨੂੰ ਹੋਣ ਲੱਗੀਆਂ, ਜਿਨ੍ਹਾਂ ਨੂੰ ਕਾਂਗਰਸ ਤੋਂ ਟਿਕਟ ਨਹੀਂ ਮਿਲੀ, ਅਕਾਲੀਆਂ ਤੋਂ ਨਹੀਂ ਮਿਲੀ, ਕਿਸੇ ਹੋਰ ਪਾਰਟੀ ਤੋਂ ਨਹੀਂ ਮਿਲੀ, ਉਹ ਸਾਰੇ ਕੈਪਟਨ ਅਮਰਿੰਦਰ ਸਿੰਘ ਵੱਲ ਚਲੇ ਗਏ। ਫਿਰ ਵੀ ਸਾਰੇ ਹਲਕਿਆਂ ਵਾਸਤੇ ਉਮੀਦਵਾਰ ਨਹੀਂ ਮਿਲ ਸਕੇ। ਹੁਣ ਉਹ ਕਹਿੰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਿਸਮਾ ਵਾਲੇ ਮਹਿਲ 'ਚ ਰੌਣਕਾਂ ਲਾਉਣੀਆਂ ਸ਼ੁਰੂ ਕਰਤੀਆਂ। ਲਾਉਣ ਦਿਓ, ਜਿੱਦਾਂ ਦੀਆਂ ਅਗੇਤੀਆਂ ਰੌਣਕਾਂ ਉੱਦਾਂ ਦੀਆਂ ਅਗੇਤੀਆਂ ਮੁਬਾਰਕਾਂ ਅਸੀਂ ਵੀ ਦੇ ਦਿੰਦੇ ਹਾਂ ਜੀ। 3 ਦਿਨ ਪਹਿਲਾਂ ਉਹਨਾਂ ਦੇ ਇੱਕ ਸਲਾਹਕਾਰ ਦਾ ਬਿਆਨ ਆਇਆ ਸੀ, ਬਹੁਤ ਨੇੜਦਾ ਬੰਦਾ ਉਹਨਾਂ ਦਾ ਗਿਣਿਆ ਜਾਂਦਾ। ਕਹਿੰਦਾ ਜੀ ਨਤੀਜਾ ਆਉਣ ਦਿਓ 10 ਮਾਰਚ ਨੂੰ, ਸਰਕਾਰ ਸਿਸਮਾ ਵਾਲੇ ਮਹਿਲ ਤੋਂ ਚੱਲਿਆ ਕਰੇਗੀ। ਵੀ ਭਰੋਸਾ ਹੀ ਹੋਵੇ ਤੇ ਇੰਨਾ ਹੋਵੇ, ਉਹਦੇ ਘੱਟ ਵੀ ਕਾਹਨੂੰ ਰੱਖਣਾ। ਉਹਨੇ ਪੂਰੇ ਭਰੋਸੇ ਨਾਲ ਇਹ ਗੱਲ ਕਹਿ ਦਿੱਤੀ। ਪਰ ਮੈਂ ਦੱਸ ਦਿਆਂ ਕਿ 2012 'ਚ ਵੀ ਭਰੋਸਾ ਬਹੁਤ ਸੀ ਜੀ। ਸਵੇਰੇ ਨਤੀਜੇ ਆਉਣ ਲੱਗੇ ਤੇ ਪਹਿਲੇ ਨਤੀਜਿਆਂ ਦੇ ਵਿੱਚ ਕਾਂਗਰਸ ਪਾਰਟੀ ਬਹੁਤ ਅੱਗੇ ਸੀ। ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਦੇ ਅਗਲੇ ਪਾਸੇ ਤੰਬੂ ਲੱਗਣੇ ਸ਼ੁਰੂ ਹੋ ਗਏ ਕਿ ਅੱਜ ਇੱਥੇ ਜਸ਼ਨ ਮਨਾਏ ਜਾਣੇ ਆ। ਪੰਜਾਬ ਦੇ ਸਾਰੇ ਅਫਸਰ ਉੱਥੇ ਚਲੇ ਗਏ ਔਰ IAS ਅਫਸਰ ਤੇ ਪੁਲਿਸ ਦੇ ਵੱਡੇ ਵੱਡੇ ਅਫਸਰ, IG ਤੇ ਐਡੀਸ਼ਨਲ DGP, ਜਿਨ੍ਹਾਂ ਦੇ ਮੋਢਿਆਂ ਤੇ ਤਾਰਾ ਲਾਉਣ ਨੂੰ ਥਾਂ ਨਹੀਂ ਬਾਕੀ ਬਚੀ, ਉਹ ਕੋਲ ਖਲੋ ਕੇ ਤੰਬੂ ਲਵਾਉਂਦੇ ਸੀ, ਸਿਕਿਉਰਿਟੀ ਦਾ ਪ੍ਰਬੰਧ ਕਰਦੇ ਸੀ। ਤੇ ਚੰਡੀਗੜ੍ਹ 'ਚ ਮੁੱਖ ਮੰਤਰੀ ਬਾਦਲ ਦੀ ਸਰਕਾਰੀ ਕੋਠੀ ਦੇ ਵਿੱਚ ਬੰਦਾ ਨਹੀਂ ਸੀ ਕੋਈ ਜਾਂਦਾ। 11 ਵਜੇ ਅਚਾਨਕ ਕਾਂਗਰਸ ਦੀਆਂ ਸੀਟਾਂ ਘਟਣੀਆਂ ਸ਼ੁਰੂ ਹੋ ਗਈਆਂ। ਬਾਦਲ ਅਕਾਲੀ ਦਲ ਦੀਆਂ ਵਧਣ ਲੱਗ ਪਈਆਂ। ਜਿਹੜੀ ਪੀਪਲਸ ਪਾਰਟੀ ਕਹਿੰਦੀ ਸੀ 100 ਸੀਟਾਂ ਜਿੱਤਣੀਆਂ, ਉਹਦਾ ਏਕਾ ਬੁੱਝ ਗਿਆ, ਬਾਕੀ ਦੋਵੇਂ 0-0 ਰਹਿ ਗਏ। ਜਦੋਂ ਵੇਖਿਆ 11 ਵਜੇ ਤੋਂ ਬਾਅਦ ਬਾਦਲ ਅਕਾਲੀ ਦਲ ਦੀਆਂ ਵਧਣ ਲੱਗ ਪਈਆਂ। ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਦੇ ਬਾਹਰ ਖੜੇ ਸੀ ਅਫਸਰ, ਇੱਕ ਦੂਸਰੇ ਦੀਆਂ ਗੱਡੀਆਂ ਨੂੰ ਪਾਸੇ ਮਾਰਦੇ, ਹੂਟਰ ਵਜਾਉਂਦੇ 1 ਘੰਟੇ ਦੇ ਅੰਦਰ ਬਾਦਲ ਸਾਹਿਬ ਦੇ ਬਾਹਰ ਜਾ ਲੱਗੇ ਸੀ। ਤੇ ਅਮਰਿੰਦਰ ਸਿੰਘ ਦੇ ਮਹਿਲ ਦੇ ਬਾਹਰ ਕੱਖ ਵੀ ਨਹੀਂ ਸੀ, ਤੰਬੂ ਲੱਗੇ ਲਗਾਏ ਰਹਿ ਗਏ। ਬਾਹਰੇ ਭਿੱਜ ਕੇ ਚਰਖੇ ਭਿੱਜ ਗਈਆਂ, ਨਣਾਨੇ ਪੂਣੀਆਂ, ਕੁਛ ਨਹੀਂ ਸੀ ਰਿਹਾ। ਹੁਣ ਕੈਪਟਨ ਅਮਰਿੰਦਰ ਸਿੰਘ ਜੀ ਇਹੋ ਜਿਹੇ ਜਸ਼ਨ ਦੀ ਤਿਆਰੀ ਕਰਦੇ ਆ, ਸਾਡੇ ਵੱਲੋਂ ਉਹਨਾਂ ਨੂੰ ਅਗੇਤੀ ਵਧਾਈ। ਪਰ ਹਾਲਾਤ ਜਿਹੜੇ ਆ ਉਹ ਅੱਜ ਦੀ ਤਰੀਕ ਵਿੱਚ ਤਾਂ ਉਹਨਾਂ ਦੇ ਵਾਸਤੇ ਸਾਜ਼ਗਾਰ ਨਹੀਂ ਲੱਗਦੇ। ਭਲਕ ਕਿੱਦਾਂ ਦੀਆਂ ਰੌਣਕਾਂ ਲੈ ਕੇ ਆਉਂਦਾ, ਇਹਦੀ ਗੱਲ ਅਸੀਂ ਭਲ ਕੇ ਕਰਾਂਗੇ। ਤੇ ਘੁੰਮ ਘੁਮਾ ਕੇ ਪੰਨੂ ਸਾਹਿਬ ਗੱਲ ਉੱਥੇ ਹੈਗੀ ਕਿ ਲੋਕ ਚਿੰਤਾ ਵਿੱਚ ਡੁੱਬੇ ਹੋਏ ਆ ਕਿ ਕੱਲ੍ਹ ਨੂੰ ਬਣਨਾ ਕੀ ਹੈ। ਅਸੀਂ ਯੂਪੀ ਦੀ ਗੱਲ ਜ਼ਰੂਰ ਕਰਦੇ ਹਾਂ, ਕਿਉਂਕਿ ਯੂਪੀ ਵਿੱਚ ਪੰਨੂ ਸਾਹਿਬ ਖਬਰ ਆ ਰਹੀ ਹੈ ਕਿ ਉੱਥੇ ਕੂੜੇ ਵਾਲੀਆਂ ਗੱਡੀਆਂ 'ਚੋਂ ਬੈਲਟ ਪੇਪਰ ਮਿਲਿਆ। SDM ਨੂੰ ਹਟਾ ਦਿੱਤਾ ਗਿਆ। ਪੱਛਮੀ ਬੰਗਾਲ ਦੀਆਂ ਚੋਣਾਂ ਹੋਈਆਂ ਸੀ, ਉੱਥੋਂ ਵੀ ਖਬਰ ਮਿਲੀ ਸੀ ਕਿ ਕੁਝ ਗੱਡੀਆਂ ਵਿੱਚੋਂ EVM ਮਸ਼ੀਨਾਂ ਮਿਲੀਆਂ। ਇਸ ਵਾਰ ਫਿਰ ਰੌਲਾ ਉੱਠਿਆ, ਕੀ ਕਹਾਣੀ ਪੂਰੀ? ਦੇਖੋ, ਉੱਥੇ ਕਾਨਪੁਰ ਦੇ ਵਿੱਚ ਲੋਕਾਂ ਨੇ ਹੰਗਾਮਾ ਕੀਤਾ, ਉੱਥੇ ਮੁਰਾਦਾਬਾਦ ਦੇ ਵਿੱਚ ਹੰਗਾਮਾ ਹੋਇਆ, ਸੋਨਭਦਰਾ 'ਚ ਹੰਗਾਮਾ ਹੋਇਆ, ਵਾਰਾਣਸੀ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਪਣਾ ਲੋਕ ਸਭਾ ਚੋਣ ਹਲਕਾ, ਉਹਦੇ 'ਚ ਹੰਗਾਮਾ ਹੋਇਆ। ਕੁੱਲ ਮਿਲਾ ਕੇ 12 ਜ਼ਿਲ੍ਹੇ ਆ ਜਿਨ੍ਹਾਂ ਦੇ ਵਿੱਚ ਇਸ ਗੱਲ 'ਤੇ ਹੰਗਾਮਾ ਹੋਇਆ ਕਿ ਚੋਣ ਕਮਿਸ਼ਨ ਦੇ ਕੋਲ ਜਿਹੜੀਆਂ ਚੀਜ਼ਾਂ ਚਾਹੀਦੀਆਂ ਉਹ ਬਾਹਰ ਜਾ ਰਹੀਆਂ। ਇੱਕ ਥਾਂ 'ਤੇ ਚੋਣਾਂ ਨਾਲ ਜੁੜੇ ਇੱਕ ਐਡੀਸ਼ਨਲ ਡਿਸਟ੍ਰਿਕਟ ਮੈਜਿਸਟਰੇਟ, ਜਿਹਨੂੰ ਅਸੀਂ ਇੱਥੇ ADC ਕਹਿ ਦਿੰਦੇ ਹਾਂ,
ਉਹ ਏਡੀਐਮ ਕਹਿੰਦੇ ਚੀਜ਼ ਇੱਕੋ ਹੀ ਹੁੰਦੀ ਹੈ। ਉਹਦੇ ਕੋਲੋਂ ਖਾਲੀ ਬੈਲਟ ਪੇਪਰ ਮਿਲੇ, ਇੱਕ ਥਾਂ ਤੋਂ ਕੂੜੇ ਵਾਲੀ ਜਿਹੜੀ ਗੱਡੀ ਆ ਜਿਹ 'ਚ ਕੂੜਾ ਜਾਣਾ, ਉਸ ਗੱਡੀ 'ਚ ਬੈਲਟ ਪੇਪਰ ਜਾਂਦੇ ਮਿਲੇ। ਇਹ ਉਹਦੇ 'ਚ ਕਿੱਥੋਂ ਆ ਗਏ? ਤੇ ਨਾਲੇ ਬੈਲਟ ਪੇਪਰਾਂ ਨਾਲ ਤੇ ਚੋਣਾਂ ਨਹੀਂ ਹੋਈਆਂ। ਫਿਰ ਪਤਾ ਲੱਗਾ ਕਿ ਇਹ ਪੋਸਟਲ ਬੈਲਟ ਪੇਪਰ ਨੇ। ਜਿਹੜੇ ਮੁਲਾਜ਼ਮ ਡਿਊਟੀਆਂ ਤੇ ਸਨ, ਆਪਣੇ ਬੂਥ ਤੇ ਵੋਟ ਪਾਉਣ ਨਹੀਂ ਸੀ ਜਾ ਸਕਦੇ, ਉਹਨਾਂ ਨੂੰ ਬਾਅਦ 'ਚ ਬੈਲਟ ਪੇਪਰ ਅਲਾਟ ਕੀਤੇ ਗਏ। ਉਹਨਾਂ ਨੇ ਵੋਟਾਂ ਪਾਤੀਆਂ। ਉਹ ਵੋਟਾਂ ਵਾਲੇ ਬੈਲਟ ਪੇਪਰ ਜ਼ਿੰਮੇਵਾਰੀ ਵਾਲਾ ਕੰਮ ਸੀ। ਉਹ ਜ਼ਿੰਮੇਵਾਰੀ ਕਿਸੇ ਇਹੋ ਜਿਹੀ ਗੱਡੀ ਜਿਹਦੀ ਅੱਗੇ ਪਿੱਛੇ ਸਿਕਿਉਰਿਟੀ ਦੇ ਪ੍ਰਬੰਧ ਹੋਣ, ਰਾਜ ਕੋਈ ਛੇੜੇ ਨਾ, ਉਹਦੇ 'ਚ ਆਉਣੀ ਚਾਹੀਦੀ ਸੀ। ਉਹਦੇ ਬਜਾਏ ਕੂੜੇ ਵਾਲੀ ਗੱਡੀ 'ਚ ਕਿੱਦਾਂ ਚਲੀ ਗਈ? ਇਹ ਕਿਹੋ ਜਿਹੀ ਜ਼ਿੰਮੇਵਾਰੀ ਸੀ ਜਿਹੜੀ ਪ੍ਰਬੰਧਾਂ ਦੇ ਬਜਾਏ ਕੂੜੇ ਵਾਲੀ ਗੱਡੀ 'ਚ ਪੈ ਗਈ? ਰੌਲਾ ਤਾਂ ਪੈਣਾ ਸੀ। ਕੁਝ ਥਾਵਾਂ 'ਤੇ ਵੋਟਿੰਗ ਮਸ਼ੀਨਾਂ ਦੇ ਨਾਲ ਵੀਵੀਪੈਟ ਮਸ਼ੀਨਾਂ ਲੱਗੀਆਂ ਸੀ। ਵੀਵੀਪੈਟ ਮਸ਼ੀਨ ਕੀ ਹੁੰਦੀ ਹੈ ਕਿ ਜਦੋਂ ਤੁਸੀਂ ਬਟਨ ਦੱਬਦੇ ਆ, ਉਹਦੇ ਨਾਲ ਬਰਾਬਰ ਦੀ ਇੱਕ ਸ਼ੀਸ਼ੇ ਦੇ ਕੈਬਨ ਵਾਲੀ ਮਸ਼ੀਨ ਹੋਰ ਲੱਗੀ ਹੁੰਦੀ ਹੈ। ਬਟਨ ਤੁਸੀਂ ਇਸ ਮਸ਼ੀਨ 'ਚ ਦੱਬਦੇ ਆ, ਉਸ ਮਸ਼ੀਨ ਦੇ ਵਿੱਚ ਨਾਲ ਉਮੀਦਵਾਰ ਦਾ ਨਾਂ ਆਉਂਦਾ, ਉਹਦੀ ਪਾਰਟੀ, ਉਹਦੀ ਫੋਟੋ, ਤੇ ਉੱਥੇ ਚੋਣ ਨਿਸ਼ਾਨ ਆਉਂਦਾ ਵੀ ਤੁਸੀਂ ਇਹਨੂੰ ਮੋਹਰ ਲਾਈ ਹੈ। ਜਦੋਂ ਤੁਸੀਂ ਬਟਨ ਦੱਬ ਦਿੰਦੇ ਆ, ਥੋੜ੍ਹੀ ਜਿਹੀ ਬੀਪ ਤੋਂ ਬਾਅਦ ਉਹ ਪਰਚੀ ਕੱਟ ਕੇ ਉਹ 'ਚ ਡਿੱਗ ਪੈਂਦੀ ਹੈ। ਫਿਰ ਦੂਜੇ ਵਾਸਤੇ ਮਸ਼ੀਨ ਤਿਆਰ ਹੁੰਦੀ ਹੈ। ਉਹ ਵੀਵੀਪੈਟ ਦੀਆਂ ਪਰਚੀਆਂ ਇਸ ਕਰਕੇ ਰੱਖੀਆਂ ਜਾਂਦੀਆਂ ਕਿ ਜੇ ਕਿਸੇ ਮਸ਼ੀਨ 'ਚ ਕੋਈ ਕਾਲਾ ਮਾਲਾ ਜਾਪੇ ਤੇ ਨਿਰਣਾ ਕਰਨ ਵਾਸਤੇ, ਫੈਸਲਾ ਕਰਨ ਵਾਸਤੇ, ਨਿਬੇੜਾ ਕਰਨ ਵਾਸਤੇ ਉਹ ਵੀਵੀਪੈਟ ਪਰਚੀਆਂ ਗਿਣੀਆਂ ਜਾ ਸਕਦੀਆਂ। ਇੱਕ ਥਾਂ 'ਤੇ ਵੀਵੀਪੈਟ ਪਰਚੀਆਂ ਜਾਂਦੀਆਂ ਵੇਖੀਆਂ, ਉਹ ਪਰਚੀਆਂ ਤੇ ਵੋਟਿੰਗ ਮਸ਼ੀਨਾਂ ਦੇ ਨਾਲ ਚਾਹੀਦੀਆਂ ਸੀ, ਉੱਥੇ ਕਿੱਦਾਂ ਚਲੀਆਂ ਗਈਆਂ? ਇੱਕ ਥਾਂ 'ਤੇ ਵੋਟਿੰਗ ਮਸ਼ੀਨਾਂ ਜਾਂਦੀਆਂ ਫੜੀਆਂ ਗਈਆਂ। ਉਹਦੇ 'ਚ ਫਿਰ ਜਿਹੜਾ ਜ਼ਿਲ੍ਹੇ ਦਾ ਅਧਿਕਾਰੀ ਹੈ, ਡਿਸਟ੍ਰਿਕਟ ਮੈਜਿਸਟਰੇਟ, ਜਿਹਨੂੰ ਅਸੀਂ ਡਿਪਟੀ ਕਮਿਸ਼ਨਰ ਕਹਿ ਦਿੰਦੇ ਹਾਂ, ਉਹਨੇ ਕਿਹਾ ਜੀ ਇੱਥੇ ਕੁਝ ਟ੍ਰੇਨਿੰਗ ਆਏ ਨੇ ਅਫਸਰ, ਉਹਨਾਂ ਨੂੰ ਟ੍ਰੇਨਿੰਗ ਦੇਣੀ ਆ ਵੋਟਾਂ ਦੀ ਗਿਣਤੀ ਦੀ। ਉਸ ਕਾਊਂਟਿੰਗ ਦੀ ਟ੍ਰੇਨਿੰਗ ਦੇਣ ਵਾਸਤੇ ਇਹ ਮਸ਼ੀਨਾਂ ਕਿਤੇ ਲੈ ਕੇ ਜਾ ਰਹੇ ਸਾਂ। ਵਿਰੋਧੀ ਪਾਰਟੀ ਵਾਲਿਆਂ ਨੇ ਰੌਲਾ ਪਾ ਕੇ ਘੇਰ ਲਈਆਂ, ਪਰ ਉਹਦੇ ਉੱਪਰ ਜਿਹੜਾ ਕਮਿਸ਼ਨਰ ਹੈ ਉਹਨੇ ਉਸ ਵੇਲੇ ਕਹਿ ਤਾ, ਕਹਿੰਦਾ ਜੀ ਇਹੋ ਜਿਹਾ ਕੋਈ ਫੈਸਲਾ ਨਹੀਂ ਸੀ, ਇਹ ਮਸ਼ੀਨਾਂ ਨਹੀਂ ਸੀ ਜਾ ਸਕਦੀਆਂ। ਹੁਣ ਡਿਸਟ੍ਰਿਕਟ ਮੈਜਿਸਟਰੇਟ ਜਿਹੜਾ, ਉਹਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ। ਕਮਿਸ਼ਨਰ ਆਪਣੇ ਅਹੁਦੇ ਤੇ ਆ। ਇੱਕ ਥਾਂ ਦੇ ਉੱਤੇ ਐਡੀਸ਼ਨਲ ਡਿਸਟ੍ਰਿਕਟ ਮੈਜਿਸਟਰੇਟ ਯਾਨੀ ADC ਹਟਾਇਆ ਗਿਆ। ਦੋ ਥਾਵਾਂ 'ਤੇ SDM ਹਟਾਏ ਗਏ। ਲੋਕਾਂ ਦੇ ਮਨ 'ਚ ਇਹ ਵਿਚਾਰ ਕਿਉਂ ਨਾ ਉੱਠੂ ਕਿ ਉੱਤਰ ਪ੍ਰਦੇਸ਼ ਜਿਹੜਾ ਦੇਸ਼ ਦਾ ਸਭ ਤੋਂ ਵੱਡਾ ਸੂਬਾ, ਜਿਹਨੇ ਲੋਕਤੰਤਰ ਦੀ ਪ੍ਰਕਿਰਿਆ 'ਚ ਬਾਕੀ ਸਾਰੇ ਦੇਸ਼ ਨੂੰ ਰਾਹ ਵਿਖਾਉਣਾ, ਉਸ ਸੂਬੇ ਦੇ ਵਿੱਚ ਆਪਣੀ ਲੋਕਤੰਤਰੀ ਪ੍ਰਕਿਰਿਆ ਵਿਧਾਨ ਸਭਾ ਚੁਣਨ ਦਾ ਕੰਮ ਇਸ ਤਰ੍ਹਾਂ ਹੋ ਰਿਹਾ ਕਿ ਲੋਕਾਂ ਨੂੰ ਇਹ ਹੀ ਨਹੀਂ ਪਤਾ ਲੱਗਦਾ ਇਹ ਚੋਣ ਕਮਿਸ਼ਨ ਦੇ ਮਿੱਥੇ ਨਿਯਮਾਂ ਮੁਤਾਬਕ ਹੋ ਰਿਹਾ ਜਾਂ ਇਹਦੇ ਨਿਯਮ ਯੋਗੀ ਗੋਰਖਨਾਥ ਦੇ ਆਪਣੇ ਧਾਰਮਿਕ ਡੇਰੇ ਦੇ ਵਿੱਚੋਂ ਨਵੀਂ ਕਿਸਮ ਦੇ ਕੋਈ ਘੜੇ ਗਏ। ਸਿੱਧੀ ਸਾਦੀ ਨੰਗੀ ਮੁੰਗੀ ਧੋਖਾਧੜੀ ਦੀਆਂ ਸ਼ਿਕਾਇਤਾਂ ਉੱਥੋਂ ਲੋਕੀ ਕਰੀ ਜਾਂਦੇ ਨੇ। ਸਰਕਾਰ ਕੰਨਾਂ ਤੇ ਉਹਦੇ 'ਤੇ ਸ਼ਿਕਾਇਤਾਂ 'ਤੇ ਕੰਨ ਨਹੀਂ ਧਰਦੀ, ਤੇ ਫਿਰ ਬਾਹਰ ਰੌਲਾ ਪੈਂਦਾ। ਇਹ ਰੌਲਾ ਜੇ ਵੱਧ ਗਿਆ ਤੇ ਲੋਕਤੰਤਰ ਵਾਸਤੇ ਸਿਰਫ ਉੱਥੇ ਨਹੀਂ, ਬਾਕੀ ਥਾਵਾਂ 'ਤੇ ਵੀ ਘਾਤਕ ਹੋ ਸਕਦਾ। ਇਸ ਕਰਕੇ ਇਹਨੂੰ ਸੁਣਨ ਦੀ ਲੋੜ ਆ, ਧਿਆਨ ਦੇਣ ਤੇ ਸ਼ਿਕਾਇਤਾਂ ਦੂਰ ਕਰਨ ਦੀ ਲੋੜ। ਖਤਰੇ ਵਿੱਚ ਲੱਗਦਾ ਪੰਨੂ ਸਾਹਿਬ ਬਹੁਤ ਕੁਝ। ਉਧਰ ਰਾਜਨੀਤੀ ਤਾਂ ਪੰਨੂ ਸਾਹਿਬ ਗੱਲ ਕਰ ਲਈ ਹੈ, ਰੂਸ ਤੇ ਯੂਕਰੇਨ ਦੀ ਗੱਲ ਵੀ ਜ਼ਰੂਰ ਕਰਦੇ ਆ, ਕਿਉਂਕਿ ਤੀਜੇ ਗੇੜ ਦੀ ਗੱਲਬਾਤ ਹੋਈ ਹੈ ਤੇ ਸਿੱਟਾ ਕੋਈ ਨਿਕਲਿਆ ਨਹੀਂ। ਜ਼ੈਲੈਂਸਕੀ ਹੁਣੀ ਕਹਿੰਦੇ ਆ ਕਿ ਹੁਣ ਨਾਟੋ ਦੇ ਮੈਂਬਰ ਅਸੀਂ ਨਹੀਂ ਬਣਨਾ। ਬਹੁਤ ਵੱਡਾ ਬਿਆਨ ਹੈ, ਕਿਵੇਂ ਦੇਖਦੇ ਆ ਸਥਿਤੀ ਨੂੰ? ਜੇ ਤੇ ਉਹਦੇ ਬਿਆਨ ਨੂੰ ਵੇਖਾਂ ਤੇ ਇਦਾਂ ਲੱਗਦਾ ਜਿਵੇਂ ਮੱਛੀ ਪੱਥਰ ਚੱਟ ਕੇ ਮੁੜੀ ਹੈ ਜੀ। ਇਹੋ ਜ਼ੈਲੈਂਸਕੀ ਪਿਛਲੇ 2-3 ਸਾਲਾਂ ਤੋਂ ਅਮਰੀਕਾ ਤੇ ਉਹਦੇ ਸਾਥੀਆਂ ਦੇ ਹੱਲਾਸ਼ੇਰੀ ਦੇ ਉੱਤੇ, ਉਹਨਾਂ ਦੇ ਥਾਪੜੇ ਦੇ ਉੱਤੇ ਰੂਸ ਦੇ ਅੱਗੇ ਤੀਂਗੜਦਾ ਸੀ। ਲੜਾਈ ਲੱਗੀ, ਇਹ ਬੰਦਾ ਅਣਖ ਵਾਲਾ ਜਾਪਿਆ, ਜਿਹਨੂੰ ਕਹਿੰਦੇ ਸੀ ਕਮੇਡੀਅਨ ਆ, ਐਵੇਂ TV ਸ਼ੋਅ ਕਰਨ ਜੋਗਾ। ਉਹ ਬੰਦਾ ਇੰਨਾ ਅਣਖ ਵਾਲਾ ਨਿਕਲਿਆ ਕਿ ਅਮਰੀਕਾ ਵਾਲਿਆਂ ਆਖਿਆ ਤੈਨੂੰ ਗੱਡੀ ਦਿੰਨੀ, ਉੱਥੋਂ ਨਿਕਲ ਕੇ ਬਾਹਰ ਆ ਜਾ। ਕਹਿੰਦਾ ਮੈਂ ਬਾਹਰ ਨਹੀਂ ਆਉਂਦਾ, ਮੈਂ ਆਪਣੇ ਲੋਕਾਂ ਦੇ ਨਾਲ ਮਰਨਾ ਪਿਆ ਮਰੂੰਗਾ, ਮੈਂ ਛੱਡ ਕੇ ਨਹੀਂ ਆ ਸਕਦਾ। ਇਹ ਉਹਦੀ ਹਿੰਮਤ ਹੈ, ਇਹ ਨਹੀਂ ਅਣਖ ਵਿਖਾਈ। ਉਹਨੇ ਆਖਿਆ ਘੱਲਣੀਆਂ ਤੇ ਮੈਨੂੰ ਤੋਪਾਂ ਘੱਲੋ, ਮਜ਼ਾਇਲਾਂ ਘੱਲੋ, ਮੈਂ ਤਾਂ ਲੜਾਈ ਲੜੂੰਗਾ, ਮਰਨਾ ਪਿਆ ਉੱਥੇ ਮਰੂੰਗਾ, ਮੈਂ ਆਉਣਾ ਨਹੀਂ। ਦੂਸਰੇ ਪਾਸੇ ਉਹਨੇ ਆਖਿਆ ਮੈਨੂੰ ਯੂਰਪੀ ਯੂਨੀਅਨ ਦਾ ਮੈਂਬਰ ਬਣਾ ਲਓ। 24 ਘੰਟਿਆਂ 'ਚ ਯੂਰਪੀ ਯੂਨੀਅਨ ਨੇ ਸਰਬਸੰਮਤੀ ਨਾਲ ਮਤਾ ਕੀਤਾ ਕਿ ਇਹਨੂੰ ਮੈਂਬਰ ਲਿਆ ਜਾਂਦਾ, ਪਰ ਅਗਲੀ ਪ੍ਰਕਿਰਿਆ ਰੋਕ ਦਿੱਤੀ, ਕਿਉਂਕਿ ਜੇ ਉਹ ਅਗਲੀ ਪ੍ਰਕਿਰਿਆ ਕਰਦੇ
ਤੇ ਉਹਨਾਂ ਦੇ ਮੈਂਬਰ ਦੇਸ਼ ਦੇ ਉੱਤੇ ਹਮਲਾ, ਯੂਕਰੇਨ ਤੇ ਰੂਸ ਦਾ ਹਮਲਾ ਫਿਰ ਸਾਰੀ ਯੂਰਪੀ ਯੂਨੀਅਨ ਤੇ ਗਿਣਿਆ ਜਾਣਾ ਸੀ। ਇਸ ਕਰਕੇ ਅੱਧ ਵਿਚਾਲੇ ਪ੍ਰਕਿਰਿਆ ਰੋਕਤੀ। ਉਹਨੇ ਆਖਿਆ ਸੀ ਮੈਨੂੰ ਨਾਟੋ ਦਾ ਮੈਂਬਰ ਬਣਾ ਲਓ, ਬਣਾਉਣ ਦੀ ਪ੍ਰਕਿਰਿਆ ਚੱਲਦੀ ਪਈ ਸੀ। ਉਹ ਨਾਟੋ ਦਾ ਮੈਂਬਰ ਬਣਾਉਣਾ ਕੀ ਸੀ, ਉਹ ਮੁੜ ਕਹਿੰਦਾ ਸੀ ਕਿ ਤੁਸੀਂ ਨਾਟੋ ਵਾਲੇ ਆਓ ਮੇਰੀ ਮਦਦ ਦੇ ਉੱਤੇ। ਇਹ ਆਏ ਨਹੀਂ। ਅੱਜ ਉਹਨੇ ਆਖਿਆ ਪੱਤਰਕਾਰਾਂ ਨੂੰ ਸਿੱਧੀ ਬੋਲੀ 'ਚ, ਹੁਣ ਮੈਂ ਨਾਟੋ ਦਾ ਮੈਂਬਰ ਨਹੀਂ ਬਣਨਾ, ਮੇਰਾ ਦੇਸ਼ ਨਾਟੋ ਦਾ ਮੈਂਬਰ ਨਹੀਂ ਬਣੂਗਾ। ਉਹਨੇ ਆਖਿਆ ਜੀ ਪਹਿਲਾਂ ਤਾਂ ਤੁਸੀਂ ਕਹਿੰਦੇ ਸੀ ਬਣਨਾ ਨਹੀਂ, ਹੁਣ ਤੁਸੀਂ ਕਿਉਂ ਕਹਿੰਦੇ ਤੁਸੀਂ ਪਹਿਲਾਂ ਕਹਿੰਦੇ ਸੀ ਬਣਨਾ ਤੇ ਹੁਣ ਤੁਸੀਂ ਕਿਉਂ ਕਹਿੰਦੇ ਬਣਨਾ ਨਹੀਂ? ਕਹਿੰਦਾ ਮੈਂ ਵੇਖ ਰਿਹਾ ਨਾਟੋ ਦੇ ਪੱਲੇ ਕੱਖ ਨਹੀਂ। ਇਹ ਤਾਂ ਇੰਨੇ ਡਰਾਕਲ ਨੇ ਕਿ ਰੂਸ ਦਾ ਨਾਂ ਸੁਣ ਕੇ ਡਰੀ ਜਾਂਦੇ, ਉਹਦੇ ਸਾਹਮਣੇ ਕੋਈ ਅੱਖ ਚੁੱਕ ਕੇ ਗੱਲ ਕਰਨ ਨੂੰ ਤਿਆਰ ਨਹੀਂ। ਜੇ ਉਹ ਤੋਂ ਡਰੀ ਜਾਂਦੇ ਆ ਤੇ ਮੈਂ ਇਹਨਾਂ ਦੀ ਮੈਂਬਰੀ ਲੈ ਕੇ ਆਪਣੇ ਦੇਸ਼ ਨੂੰ ਇਹਨਾਂ ਦਾ ਮੈਂਬਰ ਬਣਾ ਕੇ ਇਹ 'ਚੋਂ ਮੈਂ ਖੱਟੂੰ ਕਿ ਮੈਂ ਕੋਈ ਮੈਂਬਰ ਨਹੀਂ ਬਣਾਉਣਾ, ਪਰ ਲੜਾਈ ਮੈਂ ਅਖੀਰੇ ਵਕਤ ਤੱਕ ਲੜੂੰਗਾ, ਮੈਂ ਅਜੇ ਵੀ ਲੜਦਾ ਪਿਆ। ਇਹੋ ਮੰਗ ਤਾਂ ਰੂਸ ਪਹਿਲਾਂ ਤੋਂ ਕਰਦਾ ਸੀ ਕਿ ਇਹ ਖੁੱਲ੍ਹ ਕੇ ਕਵੇ ਮੈਂ ਨਾਟੋ ਦਾ ਮੈਂਬਰ ਨਹੀਂ ਬਣੂੰਗਾ, ਇਹ ਖੁੱਲ੍ਹ ਕੇ ਕਵੇ ਐਟਮੀ ਮਿਜ਼ਾਈਲਾਂ ਇੱਥੇ ਨਹੀਂ ਬੀੜੂੰਗਾ। ਜੇ ਇੰਨੀ ਗੱਲ ਪਹਿਲਾਂ ਕਰ ਦਿੱਤੀ ਹੁੰਦੀ ਤੇ ਫਿਰ ਰੇਟਕਾ ਹੀ ਨਾ ਪੈਂਦਾ। ਇੰਨੇ ਲੋਕ ਜਿਹੜੇ ਉਹਦੇ ਮਰੇ ਆ, ਰੂਸ ਦੇ ਵੀ ਮਰੇ ਆ, ਬਾਹਰ ਦੇ ਲੋਕ ਵੀ ਤੰਗ ਹੋਏ ਆ, ਸਾਰੀ ਦੁਨੀਆ ਦੇ ਉੱਤੇ ਐਟਮੀ ਜੰਗ ਦਾ ਖਤਰਾ ਵੀ ਆਇਆ। ਇਹ ਸਾਰਾ ਆਉਣਾ ਹੀ ਕਦੇ ਨਹੀਂ ਸੀ। ਹਿੰਦੀ ਦੇ ਵਿੱਚ ਕਹਿੰਦੇ ਆ ਬਗਾਨੀ ਛਾਛ ਦੇ ਉੱਤੇ ਮੁੱਛਾਂ ਨਹੀਂ ਬਣਾਈਦੀਆਂ, ਇਹਦਾ ਮਤਲਬ ਬਗਾਨੀ ਲੱਸੀ ਦੀ ਝਾਕ ਉੱਤੇ ਮੁੱਛਾਂ ਨਹੀਂ ਸਾਫ਼ ਕਰਾ ਦੇ ਦੀਆਂ ਵੀ ਲਿਬੜ ਜਾਣਗੀਆਂ। ਬਿਲਕੁਲ। ਪਹਿਲਾਂ ਆਪਣੇ ਘਰ 'ਚ ਵੇਖੀਦਾ, ਆਪਣੇ ਗੋਡਿਆਂ ਦਾ ਜ਼ੋਰ ਵੇਖੀਦਾ। ਜਦੋਂ ਉਹਨੂੰ ਪਤਾ ਸੀ ਕਿ ਮੈਂ ਰੂਸ ਵਰਗੀ ਵੱਡੀ ਤਾਕਤ ਦੇ ਨਾਲ ਇਸ ਤਰ੍ਹਾਂ ਲੜ ਨਹੀਂ ਸਕਦਾ, ਦੋਵੇਂ ਬੜੇ ਸੋਹਣੇ ਚੱਲਦੇ ਪਏ ਸਨ। ਇਹ ਖੁਦ ਰੂਸੀ ਬੋਲੀ ਬੋਲਣ ਵਾਲਾ, ਯੂਕਰੇਨੀ ਉਹਨੂੰ ਆਉਂਦੀ ਨਹੀਂ, ਤੇ ਫਿਰ ਉਹਨੂੰ ਗੁਆਂਢੀ ਦੇਸ਼ ਨਾਲ ਬਣਾ ਕੇ ਰੱਖਣੀ ਚਾਹੀਦੀ ਸੀ। ਅਮਰੀਕਨਾਂ ਬਰਤਾਨੀਆ ਵਾਲਿਆਂ ਸਾਰਿਆਂ ਦੇ ਆਖੇ ਤੇ ਇਹੋ ਜਿਹਾ ਰੇੜਕਾ ਪਾ ਕੇ ਲੈਣਾ ਹੀ ਕਿਸ। ਅਬ ਪਛਤਾਏ ਹੋਤ ਕਿਆ ਜਬ ਚਿੜੀਆ ਚੁੱਗ ਗਏ ਖੇਤ। ਜਿਹੜੀਆਂ ਪੁਰਾਣੀਆਂ ਭੁੱਲਾਂ ਇਹੋ ਜਿਹੇ ਮੌਕੇ ਦੇ ਉੱਤੇ ਜਾ ਕੇ ਯਾਦ ਆਉਂਦੀਆਂ। ਜੇ ਇਹ ਇਸ ਵੇਲੇ ਪਿੱਛੇ ਵੀ ਮੁੜਦਾ ਤੇ ਇਹਦੇ ਲੋਕ ਇਹਨੂੰ ਮਿਹਣੇ ਮਾਰਨਗੇ। ਜੇ ਅੱਗੇ ਜਾਂਦਾ ਤੇ ਉਹ ਇਹਦੀ ਬਾਂਹ ਫੜਨ ਨੂੰ ਤਿਆਰ ਨਹੀਂ। ਰੂਸ ਨਾਲ ਲੜਨ ਲੱਗਿਆਂ ਦੇਸ਼ ਦਾ ਹੋਰ ਨੁਕਸਾਨ ਕਰਾਊਗਾ। ਇਹ ਉਸ ਥਾਂ ਤੇ ਜਾ ਕੇ ਫਸ ਗਿਆ ਜਿੱਥੇ ਅੱਗੇ ਖੂਹ ਤੇ ਪਿੱਛੇ ਖੱਡਾ। ਫਿਰ ਵੀ ਬੰਦੇ ਦੀ ਹਿੰਮਤ ਆ, ਕਣਕ ਹਜੇ ਵੀ ਆ, ਕਹਿੰਦਾ ਲੜੂੰਗਾ, ਹਥਿਆਰ ਨਹੀਂ ਸੁੱਟੂੰਗਾ। ਚਲੋ ਦੂਸਰੇ ਪਾਸੇ ਇੱਕ ਸੰਕੇਤ ਵੀ ਲੱਗਦਾ ਕਿ ਜੰਗ ਰੁਕ ਸਕਦੀ ਹੈ। ਪੰਨੂ ਸਾਹਿਬ, ਵਿਸ਼ਵ ਪੱਧਰ ਤੇ ਫਾਇਦਾ ਵੀ ਹੋਏਗਾ। ਤੁਸੀਂ ਖਬਰਾਂ ਤੇ ਚਰਚਾ ਕੀਤੀ ਪੰਨੂ ਸਾਹਿਬ, ਬਹੁਤ ਬਹੁਤ ਧੰਨਵਾਦ। ਸੋ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।